अस्सलाम वालेकुम। मैं ਅੱਜ ਇੱਕ ਐਸਾ ਮੁੱਦਾ ਲੈ ਕੇ ਆਇਆ ਕਿ ਫੈਨ ਔਰ ਸੁਪਰਸਟਾਰ ਦੇ ਵਿੱਚ ਜਿਹੜਾ ਇੱਕ ਰਿਸ਼ਤਾ ਹੈ ਨਾ ਉਹ ਕਿਤਨਾ ਕ੍ਰਿਟੀਕਲ ਹੈ। ਲੋਕ ਕਿਤਨਾ ਇਹਨੂੰ ਸੀਰੀਅਸ ਲੈਂਦੇ ਆ ਔਰ ਲੋਕ ਬਕਾਇਦਾ ਡਿਮਾਂਡ ਕਰਦੇ ਆ ਕਿ ਤੁਸੀਂ ਇਹ ਗੱਲ ਕਿਉਂ ਨਹੀਂ ਕਰ ਰਹੇ, ਤੁਸੀਂ ਇਹ ਗੱਲ ਕਿਉਂ ਨਹੀਂ ਕਰ ਰਹੇ। ਇਹ ਉਹ ਲੇਡੀਜ਼ ਬਹੁਤ ਹੀ ਮੁਤਬਰ ਹੈ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ। ਜਵਾਬ ਦਿੱਤਾ ਉਹਨਾਂ ਨੇ ਆਪਣੇ ਇੱਕ ਕਮੈਂਟ ਦਾ ਔਰ ਕਿਸ ਤਰ੍ਹਾਂ ਉਹਨੂੰ ਐਕਸਪਲੇਨ ਕਰ ਰਹੇ ਆ ਉਹ ਸੁਣੋ। ਔਰ ਅਗਰ ਕਿਸੇ ਨੂੰ ਇਸ ਲੇਡੀ ਦੀ ਆਈਡੀ ਦਾ ਪਤਾ ਹੈ ਤਾਂ ਉਹ ਕਮੈਂਟ ਦੇ ਵਿੱਚ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ। ਇਹ ਮੇਰੇ ਵੀਰ ਇੱਕ ਨੇ ਕਮੈਂਟ ਕੀਤਾ ਹੈ ਜਿਹਨੇ ਤੁਸੀਂ ਕੁੜੀ ਦਾ ਨਾਲ ਹਾਦਸਾ ਹੋਇਆ ਤੁਸੀਂ ਹਰ ਵੇਲੇ ਹਾਸੇ ਵਾਲੀਆਂ ਵੀਡੀਓ ਬਣਾਉਂਦੇ ਹੋ, ਪ੍ਰੋਟੈਸਟ ਕਰੋ ਇਹ ਉਹ। ਭਰਾਵਾ ਜਿਹੜੀ ਇਹ ਉਸ ਪ੍ਰੋਟੈਸਟ ਦੀ ਗੱਲ ਕਰ ਰਹੇ ਜਿਹੜੇ ਲਾਹੌਰ ਦੇ ਵਿੱਚ ਬੱਚਿਆਂ ਨੇ ਕੀਤਾ ਸੀ, ਸਟੂਡੈਂਟਾਂ ਨੇ। ਇੱਕ ਲੜਕੀ ਦੇ ਨਾਲ ਜ਼ਿਆਦਤੀ ਹੋਈ ਸੀ। ਲੀਫ ਉਹਨਾਂ ਦੇ ਘਰਦਿਆਂ ਨੂੰ ਨਾ ਉਨੀ ਮੈਨੂੰ ਵੀ ਨਹੀਂ ਹੋਣੀ ਅਜ਼ੀਅਤ ਹੈ, ਲੇਕਿਨ ਅਸੀਂ ਐਸੇ ਮੁਲਕ ਵਿੱਚ ਰਹਿ ਰਹੇ ਹਾਂ ਜਿੱਥੇ ਆਪਣੀ ਆਵਾਜ਼ ਨਹੀਂ ਚੁੱਕ ਸਕਦੇ। ਤੁਸੀਂ ਕੱਲ ਉਹਨਾਂ ਦੇ ਵਾਲਿदैन ਦੀ ਵੀਡੀਓ ਵੇਖ ਲਓ ਜਿਨ੍ਹਾਂ ਨੇ ਉਸ ਚੀਜ਼ ਤੇ ਆ ਕੇ ਗੱਲ ਕੀਤੀ। ਉਹਨਾਂ ਸਟੂਡੈਂਟਸ ਦੀ ਵੀਡੀਓ ਵੇਖ ਲਓ, ਉਹਨਾਂ ਦੇ ਆਪਣੇ ਸਕੇ ਵਾਲਿदैन ਆ ਕੇ ਇਸ ਗੱਲ ਤੋਂ ਮੁੱਕਰ ਗਏ ਨਹੀਂ ਸਾਡੀ ਬੱਚੀ ਨਾਲ ਕੁਛ ਹੀ ਨਹੀਂ ਹੋਇਆ। ਅਗਰ ਇਹ ਇੱਕ ਬਹੁਤ ਵੱਡਾ ਅਲਮੀਆ ਹੈ ਕਿ ਮਾਂ-ਬਾਪ ਪਿੱਛੇ ਹਟ ਜਾਂਦੇ, ਕੰਪਰੋਮਾਈਜ਼ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ। ਹਰ ਗੱਲ ਤੇ ਕੰਪਰੋਮਾਈਜ਼, ਹਰ ਗੱਲ ਤੇ ਕੰਪਰੋਮਾਈਜ਼। ਅਗਰ ਅਸਾਂ ਇੱਥੇ ਰਹਿਣਾ ਨਾ ਇਸ ਮੁਲਕ ਦੇ ਵਿੱਚ ਤੇ ਸਾਨੂੰ ਖਾਮੋਸ਼ੀ ਰਹਿਣੀ ਪੈਣੀ। ਬੱਚੀਆਂ ਪੜ੍ਹਾਉਣ ਵਾਸਤੇ ਅਸੀਂ ਬਾਹਰ ਤੱਕ ਘੱਲ ਦਿੰਦੇ ਹਾਂ। ਕੱਲ ਕੀ ਹੋਇਆ ਕੁੜੀ ਦੇ ਨਾਲ, ਬਈ ਕਰਾਚੀ ਦੀਆਂ ਸੜਕਾਂ ਤੇ ਉਹਨੂੰ ਕੱਪੜੇ ਦੇ ਨਹੀਂ ਪਤਾ ਲੱਗਦਾ ਵੀ ਕਿੱਧਰ ਨੂੰ ਜਾਣ ਦੇ। ਬੀਬੀ ਉਹਨੂੰ ਖਿੱਚਣ ਵਾਲੀ ਵੀ ਬੀਬੀਆਂ, ਕੋਈ ਤਮੀਜ਼ ਹੀ ਨਹੀਂ ਹੈ। ਇੱਥੇ ਆ ਕੇ ਸਿਰਫ ਹੱਸਣ ਵਾਸਤੇ, ਡਿਪਰੈਸ਼ਨ ਕੱਟ ਕਰਨ ਵਾਸਤੇ ਆਈਦਾ। ਬਾਕੀ ਤੁਸੀਂ ਇੱਥੇ ਬੋਲ ਨਹੀਂ ਸਕਦੇ। ਮੈਂ ਹਮੇਸ਼ਾ ਦੁਆ ਕਰਨੀ ਆ ਧੀਆਂ ਦੇ ਤੇ ਉਹਨਾਂ ਨਾਲ ਉਹਨਾਂ ਦੇ ਚੰਗੇ ਨਸੀਬ ਦੇ ਦੇ, ਕਿਉਂਕਿ ਅਸੀਂ ਆਪਣੀ ਧੀ ਨੂੰ ਬਾਹਰ ਕੱਢਣ ਲੱਗਿਆ ਡਰਨੇ ਆ ਜਿੰਦਾ ਘਰ ਵਾਪਸ ਆਉਂਦੀ ਕਿ ਨਹੀਂ। ਅਸੀਂ ਆਪਣੇ ਪੁੱਤਰ ਨੂੰ ਬਾਹਰ ਕੱਢਣ ਲੱਗਿਆ ਡਰਨੇ ਆ ਕਿ ਖੈਰ ਨਾਲ ਵਾਪਸ ਆਉਂਦਾ ਕਿ ਨਹੀਂ। ਅਸੀਂ ਕਿੱਥੇ ਰਹਿ ਰਹੇ ਹਾਂ। ਅਗਰ ਕਿਸੇ ਚੀਜ਼ ਤੇ ਹੀ ਆਵਾਜ਼ ਚੁੱਕ ਲੈਂਦੇ ਆ ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਤੇ ਪਰਚਾ ਕਿੱਡਾ ਵੱਡਾ ਹੋ ਜਾਂਦਾ। ਮੈਂ ਨਹੀਂ ਕਦੇ ਸੋਸ਼ਲ ਮੀਡੀਆ ਤੇ ਆ ਕੇ ਇਤਨੀਆਂ ਇਹ ਇੱਕ ਬੰਦੇ ਦੀ ਕਹਾਣੀ ਹੈ ਇਹ, ਲੇਕਿਨ ਹਰ ਬੰਦੇ ਦੀ ਇਹੀ ਮਜਬੂਰੀ ਹੈ। ਅਸੀਂ ਆਪਣੇ ਬੱਚੇ ਨੂੰ ਆਪਣੇ ਮੁਲਕ ਦੇ ਵਿੱਚ ਕੱਢਣ ਤੋਂ ਡਰਦੇ ਹਾਂ, ਲੇਕਿਨ ਉਸੇ ਬੱਚੇ ਨੂੰ ਆਪਣੇ ਤੋਂ ਇਤਨੀ ਦੂਰ 7 ਸਮੁੰਦਰ ਪਾਰ ਭੇਜਣ ਨੂੰ ਤਿਆਰ ਹੈ। ਇਹ ਉਹ ਸੱਚ ਹੈ ਜਿਹੜਾ ਕੋਈ ਨਹੀਂ ਬੋਲਦਾ। ਮਤਲਬ ਗੱਲਾਂ ਕਰਦੀ ਸਿਆਸਤ ਦੇ ਬਾਰੇ ਚ ਗੱਲ ਕਰੋ ਤਾਂ ਸਿਆਸਤ ਚ ਮੇਰਾ ਆਪਣਾ ਮੀਆਂ ਰਹਿ ਕੇ ਆਇਆ, ਜੇਲ੍ਹ ਭੋਗ ਕੇ ਆਇਆ। ਮੈਂ ਉਸ ਆਖਿਆ ਕਿ ਨਹੀਂ ਛੋਟੇ ਛੋਟੇ ਬੱਚੇ ਇਸ ਬਾਰੇ ਚ ਕਦੇ ਕੋਈ ਗੱਲ ਨਹੀਂ ਹੋਏਗੀ, ਕਿਉਂਕਿ ਇਹ ਖਾਮੋਸ਼ ਮੁਰਦਿਆਂ ਦਾ ਮੁਲਕ ਹੈ। ਜਾਂ ਤੇ ਅਸੀਂ ਅੱਲਾ ਦੀ ਮਾਨ ਆ ਨਾ ਤੇ ਉਹ ਸਾਨੂੰ ਲਾਈਏ, ਨਹੀਂ ਸਾਡੇ ਹੁਕਮਰਾਨ ਨੂੰ ਹਦਾਇਤ ਦੇ ਦੇ ਜਾਂ ਉਹਨਾਂ ਨੂੰ ਗਰਕ ਕਰ ਦੇ, ਕਿਉਂਕਿ ਅਸੀਂ ਇੱਥੇ ਰਹਿਣ ਦੇ ਕਾਬਿਲ ਨਹੀਂ ਆ। ਇੱਥੇ ਤੁਸੀਂ ਆਪਣੇ ਕੀ ਹੈ ਇਹ ਹੁਕਮਰਾਨ ਔਰ ਅਵਾਮ ਦੋ ਚੀਜ਼ਾਂ ਵਿੱਚ ਇੱਕ ਚੌਕੀਦਾਰ ਹੁੰਦਾ ਹੈ। ਹੁਕਮਰਾਨ ਔਰ ਅਵਾਮ ਦੀ ਲੜਾਈ 'ਚ ਚੌਕੀਦਾਰ ਨਹੀਂ ਆਉਂਦਾ, ਲੇਕਿਨ ਇਹਦੇ ਵਿੱਚ ਚੌਕੀਦਾਰ ਆਇਆ ਔਰ ਉਸ ਬੰਦੇ ਨੇ ਵਿੜਾਗਰ ਕਰਤਾ ਹੈ ਸ਼ਾਇਦ। ਹੱਕ ਵਾਸਤੇ ਨਹੀਂ ਨਾ ਬੋਲ ਸਕਦੇ, ਉੱਥੇ ਚੁੱਪ ਰਹਿਣਾ ਬਿਹਤਰ ਹੈ। ਇਹ ਗੁੰਗਿਆਂ ਬੋਲਿਆਂ ਦਾ ਮੁਲਕ ਹੈ। ਇੱਥੇ ਤੁਸੀਂ ਖਾਮੋਸ਼ੀ ਦੇ ਨਾਲ ਫਿਰ ਉਹਨਾਂ ਦੀ ਹਰ ਅਜ਼ੀਅਤ ਦਿੱਤੀ ਹੋਈ ਨੂੰ ਜਿਹੜਾ ਨੂੰ ਝੇਲ ਸਕਦੇ ਹੋ। ਬਾਕੀ ਮੇਰਾ ਵੀਰ ਉਸ ਕੁੜੀ ਦੀ ਜਿਹੜੀ ਤਕਲੀਫ ਹੈ, ਉਹਨੂੰ ਤਕਲੀਫ, ਸਾਨੂੰ ਤਕਲੀਫ, ਉਹਦੇ ਮਾਂ ਪਿਓ ਨੂੰ ਜਿਹੜੀ ਅਜ਼ੀਅਤ ਹੈ ਉਹ ਜਾਣਦੇ ਨੇ। ਮੇਰੇ ਬੋਲਣ ਨਾ ਬੋਲਣ ਨਾਲ ਕੁਛ ਹੀ ਨਹੀਂ ਹੋਣਾ। ਇਹ ਉਹ ਲੋਕ ਹੈ ਜਿਹੜੇ ਵਿਚਾਰੇ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਅੰਦਰ ਦੀ ਫੀਲਿੰਗ ਹਾਸੇ ਮਜ਼ਾਕ ਦੇ ਜ਼ਰੀਏ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਲੇਕਿਨ ਆਪਣੇ ਜਿਹੜੇ ਫੈਨ ਹੈ ਉਹਨਾਂ ਦਾ ਵੀ ਜਵਾਬ ਦੇਣਾ। ਕਿਉਂਕਿ ਲੋਕ ਚਾਹੁੰਦੇ ਆ ਕਿ ਗੱਲ ਕਰਨ, ਕਿਉਂ ਕਈ ਲੋਕ ਉਹ ਹੈ ਜਿਹੜੇ ਲੋਕ ਖੁਦ ਗੱਲ ਕਰਨਾ ਹੀ ਨਹੀਂ ਚਾਹੁੰਦੇ। ਉਹ ਕਹਿ ਰਹੇ ਸੀ ਜਿਹਨੂੰ ਲਾਈਕ ਜਾਂ ਸ਼ੇਅਰ ਕਰ ਰਹੇ ਹਨ ਉਹ ਇੱਕ ਸਾਰੇ ਕੰਮ ਕਰੇ, ਕਿਉਂਕਿ ਇਹ ਬੜਾ ਹੀ ਫੇਮਸ ਹੈ। ਲੋਕਾਂ ਨੂੰ ਕਈਆਂ ਨੂੰ ਹੈ ਕਿ ਮੈਂ ਗੱਲ ਕਰ ਹੀ ਨਹੀਂ ਸਕਦਾ। ਇਹ ਨਹੀਂ ਕਿ ਕਰਨਾ ਨਹੀਂ ਚਾਹੁੰਦੇ, ਕਹਿੰਦੇ ਮੈਂ ਕਰ ਹੀ ਨਹੀਂ ਸਕਦਾ। ਇਸ ਲਈ ਖੁਦ ਵੀ ਬੋਲੋ। ਇਸ ਟਾਈਮ ਪਾਕਿਸਤਾਨ ਦੇ ਅੰਦਰ 1% ਲੋਕ ਅਗਰ ਬੋਲ ਰਹੇ ਹਨ ਨਾ ਤੇ ਉਹ ਇਨਫ ਨਹੀਂ ਹੈ। ਹੱਥ ਨਾ ਰੋਕਣ ਵਾਲੇ ਬੰਦੇ ਬਿਲਕੁਲ ਹੀ ਨਹੀਂ ਹੈ। ਅਗਰ ਕੋਈ ਬੰਦਾ ਬੋਲ ਰਿਹਾ ਉਹਨੂੰ ਸਪੋਰਟ ਕਰੋ ਔਰ ਉਹਨੂੰ ਇਸ ਮੁਲਕ ਦੇ ਵਿੱਚ ਜ਼ਿੰਦਾ ਰਹਿਣ ਦਾ ਹੱਕ ਦਿਓ। ਇਨਸ਼ਾਅੱਲਾ ਦੁਬਾਰਾ ਫੇਰ ਆਵਾਂਗੇ। ਅੱਲਾਹ ਹਾਫਿਜ਼।